कुछ दिन पहला ਜਿਹੜੇ ਪ੍ਰਧਾਨ SGPC ਦੇ ਧਾਮੀ ਸਾਹਿਬ ਹੈਗੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਆਪਾਂ ਨੂੰ ਜਿਹੜੇ 328 ਸਰੂਪ ਹੈ ਉਹਨਾਂ ਦੇ ਨਾਲ ਦੋ ਸ਼ਬਦ ਨਹੀਂ ਵਰਤਣੇ ਚਾਹੀਦੇ। ਇੱਕ ਕਿ ਉਹ ਲਾਪਤਾ ਹਨ, ਦੂਜਾ ਕਿ ਬੇਅਦਬੀ ਹੋ ਰਹੀ ਹੈ। ਜਿੱਥੇ ਇਹ ਬਚਨ ਉਹਨਾਂ ਨੇ ਕੀਤੇ ਹੈ ਉਹਨਾਂ ਨੇ ਸਾਨੂੰ ਸਪਸ਼ਟ ਰੂਪ 'ਚ ਸਮਝਾਇਆ ਕਿਵੇਂ ਗੁਰੂ ਸਾਹਿਬ ਦੇ ਸਰੂਪ ਬਣਦੇ ਹੈਗੇ ਆ, ਕਿਵੇਂ ਚੈਕਿੰਗ ਹੁੰਦੀ ਹੈ, ਕਿਵੇਂ ਉਹਨਾਂ ਦੇ ਜਿੱਥੇ ਪਹੁੰਚਾਉਣੇ ਹੈ ਗੁਰੂ ਸਾਹਿਬ ਉੱਥੇ ਤੱਕ SGPC ਪੂਰਾ ਸੰਭਾਲ ਕਰਦੀ ਹੈਗੀ ਹੈ। ਫਿਰ ਸਾਨੂੰ ਕਹਿੰਦੇ ਹੈ ਕਿ ਇਹ ਸੰਭਾਲ ਸਾਡੀ ਬਹੁਤ ਵਧੀਆ ਹੈਗੀ ਹੈ, ਜਿਸ ਕਰਕੇ ਸਾਨੂੰ ਭਰੋਸਾ ਹੈ ਕਿ ਉਹ ਗੁਰੂ ਸਾਹਿਬ ਦੇ ਸਰੂਪ ਲਾਪਤਾ ਨਹੀਂ ਹਨ। ਜੇ ਫਿਰ ਅੱਗੇ ਗੱਲ ਵਧਾਉਂਦੇ ਹੈ, ਕਹਿੰਦੇ ਹੈ ਕਿ ਦੋ ਮੁਲਾਜ਼ਮ ਇੱਕ ਕਮਲਜੀਤ ਸਿੰਘ ਤੇ ਬਾਜ ਸਿੰਘ ਜਿਨ੍ਹਾਂ ਦੀ ਡਿਊਟੀ ਸੀ ਕਿ ਮਹਾਰਾਜ ਦੇ ਸਰੂਪ ਜਿਹੜੇ ਬਣਾਏ ਗਏ ਹਨ ਉਹਨਾਂ ਦੇ ਰਜਿਸਟਰਾਂ 'ਤੇ ਚੜ੍ਹਾ ਕੇ ਕਿੱਥੇ ਪਹੁੰਚਾਉਣਾ ਹੈਗਾ ਉਹ ਰਜਿਸਟਰ ਉਹ ਮੇਨਟੇਨ ਕਰਦੇ ਸੀਗੇ। ਉਹ 328 ਸਰੂਪ ਉਹਨਾਂ ਨੇ ਰਜਿਸਟਰ 'ਤੇ ਚੜ੍ਹਾ ਕੇ ਰਜਿਸਟਰ ਆਪਣੇ ਹਵਾਲੇ ਕੀਤਾ ਹੋਇਆ ਅਤੇ ਉਹਨਾਂ ਨੂੰ ਪਤਾ ਪਰ ਸਾਨੂੰ ਨਹੀਂ ਪਤਾ ਹੈਗਾ। ਹੁਣ ਦੋ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਲਾਪਤਾ ਨਹੀਂ ਹਨ, ਜੇ ਅਸੀਂ ਤੁਹਾਨੂੰ ਪੁੱਛੀਏ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹੈ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਨਹੀਂ ਹੈਗਾ, ਕਮਲਜੀਤ ਸਿੰਘ ਰਜਿਸਟਰ ਲੈ ਗਿਆ। ਜੇ ਆਪਾਂ ਇਹ ਨਹੀਂ ਪਤਾ ਕਰ ਸਕਦੇ ਕਿ ਕਿੱਥੇ ਹੈ ਫਿਰ ਸਾਡੀ ਅੱਖਾਂ 'ਚ SGPC ਨੇ ਗੁਰੂ ਸਾਹਿਬ ਦੇ ਸਰੂਪ ਲਾਪਤਾ ਕੀਤੇ ਹੈਗੇ ਆ। ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿਸ ਹਾਲਾਤ 'ਚ ਗੁਰੂ ਸਾਹਿਬ ਬੈਠੇ ਹਨ। ਜਿੱਥੇ ਲਾਪਤਾ ਹਨ ਗੁਰੂ ਸਾਹਿਬ ਸਾਨੂੰ ਬਰਗਾੜੀ ਅਤੇ ਹੋਰ ਥਾਵਾਂ 'ਤੇ ਜਿਹੜੀ ਬੇਅਦਬੀਆਂ ਗੁਰੂ ਸਾਹਿਬ ਦੇ ਸਰੂਪ ਨਾਲ ਹੋਈਆਂ ਉਹ ਮਨ 'ਚ ਸ਼ੰਕਾ ਹੈ। ਸ਼ੰਕਾ ਕੀ ਹੈ ਕਿ ਜਿਹੜੇ ਸਰੂਪ 328 ਸਰੂਪ ਲਾਪਤਾ ਹਨ ਉਹ ਕਿਤੇ ਉਹਨਾਂ ਦੀ ਬੇਅਦਬੀ ਨਾ ਹੁੰਦੀ ਹੋਏ। ਇਹਦੇ ਬਾਰੇ ਵੀ ਉਹ ਕੋਈ ਸਾਨੂੰ ਮਨ ਨੂੰ ਕੋਈ ਚੀਜ਼ ਨਹੀਂ ਸਮਝਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ 328 ਸਰੂਪ ਹੈ ਕਿੱਥੇ। ਜਿੱਥੇ ਉਹ ਇਲਜ਼ਾਮ ਲਾਉਂਦੇ ਹੈ ਕਮਲਜੀਤ ਸਿੰਘ ਤੇ ਬਾਜ ਸਿੰਘ ਤੇ ਅਸੀਂ ਵੀ ਕੇਸ ਇਹ ਮੁਲਾਜ਼ਮਾਂ ਦੇ ਉੱਤੇ ਕੀਤਾ, SGPC ਦੇ ਉੱਤੇ ਕੀਤਾ ਸਿੱਖ ਜੁਡੀਸ਼ਲ ਕਮਿਸ਼ਨ 'ਚ, ਜਿਹਦੇ ਵਿੱਚ ਕਮਲਜੀਤ ਸਿੰਘ ਨੇ ਆਪਣੀ ਪੇਸ਼ੀ ਪਾਈ ਹੈ ਤੇ ਬਿਆਨ ਕੀਤਾ ਹੈ। ਕਹਿੰਦਾ ਕਿ ਮੈਂ ਇੱਕ ਛੋਟਾ ਮੁਲਾਜ਼ਮ ਹੈ, ਮੈਨੂੰ ਉੱਤੋਂ ਹੁਕਮ ਆਉਂਦਾ ਸੀਗਾ ਕਿ ਤੁਸੀਂ ਫਲਾਣੇ ਬੰਦੇ ਨੂੰ ਗੁਰੂ ਸਾਹਿਬ ਦੇ ਸਰੂਪ ਦੇ ਦਿਓ ਅਤੇ ਮੈਂ ਕਹਿੰਦਾ ਸੀ ਉਹਦਾ ਨਾਂ ਚੜ੍ਹਾਉਣਾ ਹੈ, ਉਹਨਾਂ ਤੋਂ ਪੈਸੇ ਲੈਣੇ ਹੈ। ਕਹਿੰਦੇ ਸਕੱਤਰ ਮੈਨੂੰ ਕਹਿੰਦੇ ਸੀ ਅਸੀਂ ਆਪ ਹੀ ਕਰ ਲਾਂਗੇ, ਤੂੰ ਬਸ ਸਰੂਪ ਦੇ ਦੇ, ਅਤੇ ਮੈਂ ਉੱਥੇ ਦੇਤੇ। ਫਿਰ ਇਹਨਾਂ ਨੇ ਮੈਨੂੰ ਇਕੱਠੇ ਹੋ ਕੇ ਕਿਹਾ ਕਿ ਤੂੰ ਇਹਦੀ ਜ਼ਿੰਮੇਵਾਰੀ ਲੈ ਲੈ, ਅਸੀਂ ਤੇਰੇ ਪੈਸੇ ਪੂਰੇ ਕਰ ਦਾਂਗੇ। ਇਹੋ ਜਿਹੇ ਬਿਆਨ ਉਸ ਸ਼ਖਸ ਨੇ ਕੀਤੇ ਹੈ ਜਿਸ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਕਰਤੂਤ ਹੋਈ ਹੈ ਇਹਦੇ ਵਿੱਚ ਉੱਤੇ ਤੱਕ ਮਿਲੀ ਭੁਗਤ ਸੀ। ਕਿਸ ਹੱਦ ਤੱਕ ਇਹ ਮਿਲੀ ਭੁਗਤ ਸੀਗੀ ਉਹਦਾ ਸਬੂਤ ਖੁਦ ਧਾਮੀ ਸਾਹਿਬ ਆਪਣੀ ਕਾਨਫਰੰਸ 'ਚ ਕਰਦੇ ਹੈ। ਕਹਿੰਦੇ ਹੈ ਕਿ ਅਸੀਂ ਇੱਕ ਕੇਸ ਜਿਹੜਾ ਆਡੀਟਰ ਹੈ ਸਤਿੰਦਰਪਾਲ ਸਿੰਘ ਕੋਹਲੀ ਉਹਦੇ ਉੱਤੇ ਪਾਇਆ ਹੈਗਾ। ਹੁਣ ਇਹ ਕੇਸ ਕੀ ਹੈ ਤੁਸੀਂ ਈਸ਼ਰ ਸਿੰਘ ਦੀ ਰਿਪੋਰਟ ਦੇਖੋ। ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਸਪਸ਼ਟ ਸਤਿੰਦਰਪਾਲ ਸਿੰਘ ਕੋਹਲੀ ਦਾ ਬਿਆਨ ਆਉਂਦਾ ਹੈ, ਕਹਿੰਦਾ ਹੈ ਕਿ ਮੈਂ ਕਦੀ ਵੀ ਆਡਿਟ ਨਹੀਂ ਕੀਤੇ। ਹੁਣ ਆਡਿਟ ਕਰਨ ਦੀ ਜ਼ਿੰਮੇਵਾਰ ਸਤਿੰਦਰਪਾਲ ਸਿੰਘ ਕੋਹਲੀ ਦੀ ਸੀ। ਉਹਨੂੰ 7 ਸਾਲਾਂ ਦੇ ਵਿੱਚ 10 ਕਰੋੜ ਰੁਪਈਆ SGPC ਨੇ ਆਡਿਟ ਦੀ ਫੀਸ ਭਰੀ ਹੋਈ ਹੈ। ਹੁਣ ਸਤਿੰਦਰਪਾਲ ਕੋਹਲੀ ਕੌਣ ਹੈ? ਸਤਿੰਦਰਪਾਲ ਕੋਹਲੀ ਉਹ ਸ਼ਖਸ ਹੈ ਜਿਹੜਾ PTC ਚੈਨਲ ਚਲਾਉਂਦਾ ਹੈ, ਜਿਹੜਾ ਔਰਬਿਟ ਬੱਸ ਚਲਾਉਂਦਾ ਹੈ, ਜਿਹੜਾ ਸੁਖਬੀਰ ਬਾਦਲ ਦਾ ਨਿੱਜੀ CA ਹੈ। ਇਸ ਸ਼ਖਸ ਨੇ ਗੁਰੂ ਘਰ ਦੇ ਪੈਸੇ ਖਾ ਕੇ ਆਪਣੀ ਜ਼ਿੰਮੇਵਾਰੀ ਇੱਕ ਨਹੀਂ ਕੀਤੀ। ਇਹਦੀ ਜ਼ਿੰਮੇਵਾਰੀ ਇਹਨੇ ਆਪਣਾ ਸਟਾਕ ਵੀ ਦੇਖਣਾ ਸੀ ਕਿ ਕਿੰਨਾ ਮਾਲ ਪਿਆ ਤੇ ਇਹਨੇ ਰਜਿਸਟਰ ਵੀ ਚੈੱਕ ਕਰਨੇ ਸੀ। ਹੁਣ ਮੈਨੂੰ ਤੁਸੀਂ ਦੱਸੋ 5 ਸਾਲਾਂ ਦੇ ਵਿੱਚ ਇੱਕ ਛੋਟੇ ਪੱਧਰ ਦਾ ਮੁਲਾਜ਼ਮ ਜੇ ਲਗਾਤਾਰ ਚੋਰੀ ਕਰ ਰਿਹਾ ਫਿਰ ਉਹਦੇ ਉੱਤੇ ਬੈਠੇ ਜਿਹੜੇ ਅਫਸਰ ਸੀ ਉਹਨਾਂ ਨੇ ਕੀ ਪੜਤਾਲ ਕੀਤੀ, ਕੀ ਦੇਖ ਰੇਖ ਕੀਤੀ? ਉਹਨਾਂ ਦਾ ਨਾਂ ਕਿਉਂ ਨਹੀਂ ਦਿੱਤਾ ਜਾਂਦਾ? ਉਹਨਾਂ ਦੇ ਉੱਤੇ ਪੜਤਾਲ ਕਿਉਂ ਨਹੀਂ ਕੀਤੀ ਜਾਂਦੀ? ਉਹਨਾਂ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਿੱਤੀ ਜਾਂਦੀ? ਜਿਹੜਾ ਆਡੀਟਰ ਹੈ ਉਹਨੇ ਕਿਉਂ ਨਹੀਂ ਇਹ ਚੀਜ਼ ਲੱਭ ਕੇ ਦਿੱਤੀ? ਇਹ ਸਾਰੀ ਆਪਸ 'ਚ ਮਿਲੀ ਭੁਗਤ ਹੈ। ਧਾਮੀ ਸਾਹਿਬ ਜਿਹੜੇ ਇਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਬਚਾਉਣ ਦੇ ਯਤਨ ਕਰ ਰਹੇ ਹੈ, ਉਹਨਾਂ ਦੀ ਪੜਤਾਲ ਨਹੀਂ ਕਰਦੇ। ਇਹ ਇੱਕ ਕ੍ਰਿਮੀਨਲ ਕੇਸ ਹੈ, ਪੁਲਿਸ ਨੂੰ ਇਹਦੀ ਇਨਵੈਸਟੀਗੇਸ਼ਨ ਦਿਓ। ਦੇਖੋ ਜੇ ਤੁਹਾਡੇ 328 ਸਰੂਪ ਨਾ ਮਿਲਣ
ਦੇਖੋ ਜੇ ਉਹਦੇ ਉੱਤੇ ਕੇਸ ਪੈਂਦੇ ਤੁਹਾਡੇ ਸਿਰੇ ਤਾਈਂ ਨਾ ਜਾਣ, ਇਹਦੇ ਵਿੱਚ ਸਿੱਧਾ ਸੁਖਬੀਰ ਬਾਦਲ ਵੀ ਇਨਵੋਲਵ ਹੋਊਗਾ, ਕਿਉਂਕਿ ਉਹਨੇ ਕਹਿ ਕੇ ਆਪਣਾ ਆਡੀਟਰ ਉਸ 'ਚ ਲਾਇਆ ਹੋਇਆ ਹੈਗਾ। ਹਰੇਕ ਪੱਖੋਂ ਇਹ ਸਾਡੇ ਅੱਖਾਂ 'ਚ ਧੂੜ ਪਾਉਣ ਦੇ ਯਤਨ 'ਚ ਹੈ। ਇਹਨਾਂ ਦੀ ਗੱਲ ਸੱਚੀ ਨਹੀਂ ਹੈ, ਜਿਸ ਕਰਕੇ ਅਸੀਂ ਅੱਜ ਇੱਥੇ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਕੌਮ ਦੇ ਅੱਖਾਂ 'ਚ ਧੂੜ ਨਾ ਪਾਓ, ਸੱਚ ਦੱਸੋ। ਇਮਾਨ ਜੀ, ਤੁਸੀਂ ਪੈਸੇ ਦੀ ਵੀ ਗੱਲ ਕਰ ਰਹੇ ਜੋ ਉਸ ਵੇਲੇ ਦੇ ਸਾਰੇ ਦੇਖ ਰੇਖ ਕਰ ਰਹੇ ਸੀ ਸਰੂਪਾਂ ਦੀ, ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਪ੍ਰਧਾਨ ਵੱਲੋਂ ਕਿ ਪੈਸਾ ਜੇਬ ਦੇ ਵਿੱਚ ਗਿਆ ਹੈ, ਤਾਂ ਇੱਕ ਬੇਅਦਬੀ ਜਿਹੜਾ ਸ਼ਬਦ ਨਾ ਵਰਤੇ, ਬੇਅਦਬੀ ਸਰੂਪਾਂ ਦੀ ਹੋਈ, ਸਰੂਪ ਲਾਪਤਾ ਨੇ। ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਕਿਹੜੇ ਫੈਕਟ ਨੇ ਜਿਹੜੇ ਤੁਸੀਂ ਸਾਹਮਣੇ ਲੈ ਕੇ ਜੋ ਸੰਗਤ ਨੂੰ ਸਾਂਝੇ ਕਰਨੇ ਚਾਹੁੰਦੇ ਵੀ ਇਹ ਫੈਕਟ ਨੇ, ਇਸ ਆਧਾਰ ਤੇ ਇਹ ਚੀਜ਼ਾਂ ਹੋਈਆਂ ਨੇ? ਨਹੀਂ ਸਰ, ਤੁਸੀਂ ਗਲਤ ਕਹਿ ਰਹੇ ਹੋ। ਉਹਨਾਂ ਨੇ ਕਿਹਾ ਦੋ ਸ਼ਬਦ ਨਾ ਕਹੋ। ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਲਾਪਤਾ ਨਾ ਕਹੋ। ਉਹਨਾਂ ਨੇ ਕਿਹਾ ਕਿ SGPC ਦਾ ਜਿਹੜਾ ਪ੍ਰਬੰਧ ਹੈ ਉਹ ਇੰਨਾ ਤਗੜਾ ਹੈ ਕਿ ਇਹ ਗਲਤ ਕਿਤੇ ਨਹੀਂ ਜਾ ਸਕਦੇ ਹੈਗੇ। ਦੂਜੀ ਗੱਲ ਕਹੀ ਹੈ ਕਿ ਬੇਅਦਬੀ ਨਾ ਕਹੋ। ਮੈਂ ਪਹਿਲੀ ਗੱਲ ਤੇ ਆਉਂਦਾ ਹੈ, ਜੇ ਪ੍ਰਧਾਨ ਨੂੰ ਪਤਾ ਕਿ ਕਿੱਥੇ ਹੈ ਫੇਰ ਤਾਂ ਕਹਿ ਦੇ ਕਿ ਲਾਪਤਾ ਨਹੀਂ ਹੈ। ਜਦ ਉਹਨੂੰ ਪੁੱਛੀਦਾ ਦੱਸੋ ਕਿੱਥੇ ਹੈ, ਕਹਿੰਦਾ ਕਮਲਜੀਤ ਕੋਲੇ ਲਿਸਟ ਹੈ, ਉਹ ਲੈ ਗਿਆ ਹੈਗਾ। ਇਹਦਾ ਮਤਲਬ ਉਹਨੂੰ ਪਤਾ ਨਹੀਂ। ਹੁਣ ਜੋ ਚੀਜ਼ ਤੁਹਾਨੂੰ ਪਤਾ ਨਹੀਂ ਉਹਦਾ ਦੂਜਾ ਸ਼ਬਦ ਕੀ ਹੈ? ਲਾਪਤਾ ਹੈ। ਜੇ ਲਾਪਤਾ ਹੈ ਫਿਰ ਉਹਨਾਂ ਦੀ ਹਾਲਾਤ ਗੁਰੂ ਸਾਹਿਬ ਦੀ ਕੀ ਹੈ? ਸਾਡੇ ਕੌਮ ਦਾ ਤਜਰਬਾ ਹੈ ਕਿ ਅੱਜ ਗੁਰੂ ਸਾਹਿਬ ਦੇ ਉੱਤੇ ਹਮਲੇ ਹੁੰਦੇ ਆ, ਬਰਗਾੜੀ 'ਚ ਹੋਏ ਆ, ਹੋਰ ਥਾਵਾਂ ਤੇ ਹੋਏ ਆ, ਤੇ ਸਾਡੇ ਮਨ 'ਚ ਸ਼ੰਕਾ ਹੈ। ਫਿਰ ਅਸੀਂ ਸਮਝਦੇ ਹਾਂ ਕਿ ਬੇਅਦਬੀ ਤੇ ਤਾਂ ਨਹੀਂ। ਹੁਣ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਕਿੱਥੇ, ਫਿਰ ਤੁਸੀਂ ਕਿਵੇਂ ਸਾਨੂੰ ਗਰੰਟੀ ਦੇ ਸਕਦੇ ਹੋ ਕਿ ਬੇਅਦਬੀ ਨਹੀਂ ਹੋਈ ਹੈ? ਜੇ ਤਾਂ ਤੁਸੀਂ ਉਹਦੀ ਚੈਕਿੰਗ ਕਰ ਸਕਦੇ, ਦੇਖ ਸਕਦੇ, ਫਿਰ ਤਾਂ ਅਸੀਂ ਮੰਨ ਲੈਂਦੇ। ਤੁਸੀਂ ਮੈਨੂੰ ਹੁਣ ਪੁੱਛ ਰਹੇ ਹੋ ਕਿ ਤੁਹਾਡੇ ਕੋਲੇ ਕੀ ਸਬੂਤ ਹੈ? ਜਿਹੜੀਆਂ ਗੱਲਾਂ ਉਹ ਕਹਿ ਰਹੇ ਉਹ ਸਬੂਤ ਹੈ। ਉਹ ਤਾਂ ਸਿੱਧਾ ਤੁਹਾਨੂੰ ਬੁੱਧੂ ਬਣਾ ਰਹੇ ਹੈ ਕਿ ਸਾਨੂੰ ਪਤਾ ਨਹੀਂ ਪਰ ਲਾਪਤਾ ਨਹੀਂ। ਇਹ ਕੀ ਮਤਲਬ ਹੋਇਆ? ਇਸ 'ਚ ਕੀ ਪ੍ਰੂਫ ਚਾਹੀਦਾ? ਇਹਦੇ ਵਿੱਚ ਕਿਹੜੇ ਸ਼ਾਮਲ ਨੇ? ਤੁਹਾਨੂੰ ਲੱਗਦਾ ਕਿ ਕਿਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ? ਉਹਨਾਂ ਦੋ ਬੰਦਿਆਂ ਦਾ ਨਾਮ ਲੈਤਾ ਜੀ ਕਿ ਇਹਨਾਂ ਨੇ ਬੰਦੇ ਨੇ ਹੇਰਾਫੇਰੀ ਕੀਤੀ ਹੈ, ਕਿਹਨਾਂ ਦੇ ਉੱਤੇ ਹੋਣੀ ਚਾਹੀਦੀ ਕਾਰਵਾਈ? ਇਹ ਤਾਂ ਜੀ ਹੁਣ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਜੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹ ਗੋਲੀ ਦੇ ਉੱਤੇ ਤਾਂ ਰਫਲਿੰਗ ਉਹਦੀ ਖਤਮ ਕਰਤੀ, ਇਹ ਨਹੀਂ ਟਰੇਸ ਹੋ ਸਕਦਾ ਕਿੱਥੇ ਹੋਣੀ ਹੈ। ਪਰ ਜੇ ਉਹ ਗੋਲੀ ਦੀ ਟਰੇਸ ਹੋ ਜਾਂਦੀ ਤੇ ਉਹ ਛੋਟੇ ਮੁਲਾਜ਼ਮ ਨੂੰ ਤੁਸੀਂ ਫੜ ਲੈਂਦੇ ਕਿ ਇਹਨਾਂ ਨੇ ਗੋਲੀ ਚਲਾਈ ਹੈ, ਫਿਰ ਆਰਡਰ ਕਿਹਨੇ ਦਿੱਤਾ? ਆਰਡਰ ਕਿਹਨੇ ਦਿੱਤਾ? ਜੇ ਆਰਡਰ ਦਿੱਤਾ ਤਾਂ ਉੱਤੇ ਤਾਂ ਹੀ ਸਮੇਤ ਸੈਣੀ ਤੇ ਉਮਰਾ ਨੰਗਲ ਦੇ ਉੱਤੇ ਉਂਗਲ ਚੱਕੀ ਜਾਂਦੀ ਹੈ, ਤਾਂ ਹੀ ਸੁਖਬੀਰ ਬਾਦਲ ਬਤੌਰ ਹੋਮ ਮਿਨਿਸਟਰ ਇਸ 'ਚ ਫਸਦਾ, ਤਾਂ ਹੀ ਪ੍ਰਕਾਸ਼ ਸਿੰਘ ਜੀ ਬਾਦਲ ਇਸ 'ਚ ਫਸਦੇ ਹੈਗੇ ਆ। ਇਹ ਜਿਹੜੇ ਮੁਲਾਜ਼ਮ ਹੈ ਇਹਨਾਂ ਨੇ ਇਕੱਲੇ ਕਿਵੇਂ ਕਰ ਲਿਆ? 5 ਸਾਲ ਲਗਾਤਾਰ ਗੁਰੂ ਸਾਹਿਬ ਦੀ ਚੋਰੀ ਹੋਏ ਤੇ ਉੱਤੇ ਪਤਾ ਹੀ ਨਹੀਂ ਲੱਗੂਗਾ। ਆਡੀਟਰ ਦਾ ਕੀ ਕੰਮ ਸੀਗਾ? ਆਡੀਟਰ ਨੇ ਇਹ ਸਾਰੀ ਚੈਕਿੰਗ ਕਰਨੀ ਸੀ। ਇਹ ਸਾਰਾ ਇਹ ਪੋਚਾ ਮਾਰ ਕੇ ਇਹਨੂੰ ਸਾਫ਼ ਕਰਨ ਦੇ ਯਤਨ 'ਚ ਹੈ, ਪਰ ਇਹਦੇ ਵਿੱਚ ਸਿਰੇ ਤੱਕ ਗੱਲ ਜਾਂਦੀ ਹੈ। ਅੱਛਾ, ਮਾਨ ਸਾਹਿਬ ਪਿਛਲੇ ਦਿਨ ਧਾਮੀ ਸਾਹਿਬ ਆਏ ਸੀ ਤੇ ਸਟੇਜ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ SGPC ਸਾਈਡ ਦੇ ਉੱਤੇ ਪਾ ਦਿੱਤੀ ਹੈ ਸਾਰੀ, ਜੋ ਵੀ ਤੁਸੀਂ ਕਹਿ ਰਹੇ ਹੋ ਲਾਪਤਾ 328 ਸਰੂਪ ਨੇ, ਪਰ ਹੁਣ ਜਿਹੜੀ ਉਹਨਾਂ ਕਾਨਫਰੰਸ ਵੀ ਕੀਤੀ ਹੈ, ਪਰ ਅਗਰ ਤੁਸੀਂ ਕੋਈ ਤਾਲਮੇਲ ਕਮੇਟੀ ਬਣਾ ਕੇ ਜਿਹਨਾਂ ਦੇ ਮੈਂਬਰ ਲੈ ਕੇ ਮੋਰਚੇ ਦੇ ਤੁਸੀਂ ਗੱਲਬਾਤ ਕਰ ਲਓ, ਉਹਨਾਂ ਨਾਲ ਬੈਠ ਕੇ ਜਿਹੜਾ ਮਸਲਾ ਹੱਲ ਹੋ ਜੇ। ਸਰ ਸਾਹਿਬ, ਅਸੀਂ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਸਾਰੇ ਪਾਰਟੀਆਂ ਨੂੰ ਇਕੱਠਾ ਕੀਤਾ ਸੀ। ਉਸ ਤੋਂ ਉਪਰੰਤ ਅਸੀਂ ਇਹਨਾਂ ਦੇ ਦਫ਼ਤਰ ਜਾ ਕੇ ਕਿਹਾ ਕਿ ਸਾਨੂੰ ਦੱਸੋ ਕੀ ਹੋਇਆ। ਈਸ਼ਰ ਸਿੰਘ ਦੀ ਰਿਪੋਰਟ ਤਹਿਤ ਇਹਨਾਂ ਨੂੰ ਸਵਾਲ ਪੁੱਛੇ ਸੀਗੇ, ਇਹਨਾਂ ਨੇ ਉਦੋਂ ਨਹੀਂ ਸਾਡੀ ਗੱਲ ਸੁਣੀ। ਮੈਂ ਧਾਮੀ ਸਾਹਿਬ ਨੂੰ ਪਰਸਨਲੀ 3 ਵਾਰੀ ਫੋਨ ਕਰਕੇ ਕਿਹਾ ਕਿ ਜਿਹੜਾ SGPC ਨੇ ਮਤਾ ਪਾਇਆ ਕਿ ਸਤਿੰਦਰਪਾਲ ਸਿੰਘ ਕੋਹਲੀ ਤੋਂ ਪੈਸੇ ਵਾਪਸ ਲਿੱਤੇ ਜਾਣੇ ਚਾਹੀਦੇ ਆ, ਉਹ ਮਤਾ ਸਾਡੇ ਹਵਾਲੇ ਕਰ ਦਿਓ। ਇਹਨਾਂ ਨੇ ਦਿੱਤੇ ਨਹੀਂ ਮੈਨੂੰ, ਇਹ ਲੁਕੋਈ ਬੈਠੇ ਆ। ਉਹਦੇ ਬਾਅਦ ਅਸੀਂ 1 ਸਾਲ ਲੌਂਗੋਵਾਲ ਦੇ ਦਰਵਾਜ਼ੇ ਤੇ ਧਰਨਾ ਲਾਇਆ ਕਿ ਤੂੰ 328 ਸਰੂਪਾਂ ਦਾ ਜਵਾਬ ਦੇ। ਉਹਦੇ ਬਾਅਦ 1 ਸਾਲ ਬੀਬੀ ਜਗੀਰ ਕੌਰ ਦੇ ਧਰਨਾ ਲਾਈ ਬੈਠੇ ਆ, ਬਰਗਾੜੀ ਧਰਨਾ ਲਾਈ ਬੈਠੇ ਆ। ਇੱਥੇ ਆ ਕੇ ਅਸੀਂ ਬੋਲ ਰਹੇ ਆ, ਲਗਾਤਾਰ ਅਸੀਂ ਇਹਨਾਂ ਨਾਲ ਗੱਲਬਾਤ ਤਾਲਮੇਲ ਕਰਦੇ ਰਹੇ ਆ, ਪਰ ਇਹਨਾਂ ਨੇ ਇੱਕ ਵਾਰੀ ਵੀ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਉਹ ਤਾਂ ਇੱਥੇ ਜਦ ਆਏ, ਇੱਥੇ ਜਦ ਸਿੰਘਾਂ ਨੇ ਉਹਨਾਂ ਨੂੰ ਸਪਸ਼ਟ ਰੂਪ 'ਚ ਪੁੱਛਿਆ ਕਿ 328 ਸਰੂਪ ਕਿੱਥੇ ਹੈ, ਇੱਥੇ ਜਿਹੜੀ ਬੀਤੀ ਆ ਉਹਨਾਂ ਨਾਲ, ਉਹਦੇ ਬਾਅਦ ਇਹਨੇ ਮਜਬੂਰ ਹੋ ਕੇ ਇਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ, ਪਰ ਸੱਚ ਨਹੀਂ ਦੱਸਿਆ। 2 ਮੈਂਬਰਾਂ ਦਾ ਜਿਹੜਾ ਨਾਮ ਲੈ ਰਹੇ ਨੇ, ਅਗਰ ਉਹਨਾਂ ਨੂੰ ਜੇ ਮਤਲਬ ਕਾਰਵਾਈ ਵਿੱਚ ਪਾਇਆ ਜਾਂਦਾ ਹੈ, ਅਰੈਸਟ ਕੀਤਾ ਜਾਂਦਾ, ਕਿ ਲੱਗਦਾ ਨਹੀਂ ਕਿ ਹੋਰ ਖਿਲਾਫ? ਵੀਰ ਜੀ, SGPC ਕਿਉਂ ਨਹੀਂ ਪਾ ਰਹੀ ਕ੍ਰਿਮੀਨਲ ਕੇਸ? ਉਹਨਾਂ ਤੇ ਪਾਵੇ। ਇਸ ਕਰਕੇ ਨਹੀਂ ਪਾ ਰਹੀ ਕਿਉਂਕਿ ਜਦ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, ਫਿਰ ਈਸ਼ਰ ਸਿੰਘ ਦੀ ਇਨਵੈਸਟੀਗੇਸ਼ਨ ਵਰਗੂ ਜਾਂ ਅਕਾਲ ਤਖਤ ਸਾਹਿਬ ਦੀ ਇਨਵੈਸਟੀਗੇਸ਼ਨ ਵਰਗੂ
ਬਾਹਰੋਂ ਸਵਾਲ ਉੱਠਣ ਲੱਗ ਪੈਣੇ ਆ, ਇਹਨਾਂ ਤੋਂ ਫਿਰ ਲੁਕੋਏ ਨਹੀਂ ਜਾਣੇ, ਫਿਰ ਉੱਤੇ ਤਾਂ ਹੀ ਟਰੇਸ ਹੁੰਦਾ ਹੈਗਾ। ਜਿੰਨੀ ਦੇਰ ਇਨਵੈਸਟੀਗੇਸ਼ਨ ਇਹਨਾਂ ਦੇ ਹੱਥ 'ਚ ਹੈ, ਜਿੰਨੀ ਦੇਰ ਕੁੱਤੀ ਚੋਰ ਨਾਲ ਮਿਲੀ ਹੋਈ ਹੈ, ਓਨੀ ਦੇਰ ਕੋਈ ਇਹਦੇ ਵਿੱਚ ਗੱਲ ਨਿਕਲਦੀ ਨਹੀਂ ਹੈਗੀ। ਇਹ ਤਾਂ ਲੁਕੋਈ ਬੈਠੇ ਆ, ਮੂੰਹ ਤੇ ਕਹਿ ਦਿੰਦੇ ਆ ਕਿ ਇਹਦੀ ਪੜਤਾਲ ਕਰਤੀ, ਇਹ ਕਰਤਾ, ਉਹ ਕਰਤਾ, ਪਰ ਇੱਕ ਛੋਟਾ ਮੁਲਾਜ਼ਮ 5 ਸਾਲ ਇਦਾਂ ਕਿਵੇਂ ਗੁਰੂ ਸਾਹਿਬ ਗਾਇਬ ਕਰ ਸਕਦਾ ਹੈ? ਉੱਤੇ ਉਹਦੇ ਇੰਨੇ ਅਹੁਦੇਦਾਰ ਬੈਠੇ ਐ, ਸਕੱਤਰ ਬੈਠੇ ਐ, ਆਡੀਟਰ ਬੈਠਾ ਹੈ, ਉਹਨੇ ਕਿਉਂ ਨਹੀਂ ਪੜਤਾਲ ਕੀਤੀ? ਉਹਨੇ ਕਿਉਂ ਨਹੀਂ ਫੜਿਆ? ਤੇ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਹਿ ਦੇਣਾ ਤੁਸੀਂ ਲਾਪਤਾ ਨਾ ਕੋ, ਬੇਅਦਬੀ ਨਾ ਕੋ। ਭਾਈ ਸਾਡੇ ਗੁਰੂ ਸਾਹਿਬ ਹੈ, ਸਾਨੂੰ ਨਹੀਂ ਪਤਾ ਕਿੱਥੇ, ਅਸੀਂ ਲਾਪਤਾ ਹੀ ਕਵਾਂਗੇ। ਤੁਹਾਡੇ ਘਰੋਂ ਕੋਈ ਮਾਪੇ ਚੱਕ ਕੇ ਲੈ ਜੇ, ਉਹ ਚੱਕ ਕੇ ਲੈ ਜੇ ਤੇ ਤੁਸੀਂ ਪੁਲਿਸ ਤੱਕ ਤਾਂ ਇਨਫੋਰਮ ਕਰੋਗੇ ਕਿ ਵੀ ਲੱਭ ਕੇ ਦਿਓ, ਤੁਸੀਂ ਕਿਉਂ ਨਹੀਂ ਜਾਂਦੇ? ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਪੋਲ ਖੁੱਲਦੇ ਹੈ। ਤੇ ਹੁਣ ਲਾਸਟ ਦੇ ਵਿੱਚ ਕੀ ਤੁਹਾਡਾ ਐਕਸ਼ਨ ਹੋਏਗਾ ਅੱਗੇ, ਕਿ ਜੇ ਐਸਜੀਪੀਸੀ ਨਹੀਂ ਅੱਗੇ ਕੋਈ ਸੱਚ ਲੈ ਕੇ ਆਉਂਦੀ? ਅਸੀਂ 3 ਸਾਲ ਤੋਂ ਇਹਦੇ ਮਗਰ ਲੱਗੇ ਹੋਏ ਆ। ਇਹਦੇ ਮਗਰ ਅਸੀਂ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਪਾਇਆ ਹੋਇਆ, ਹਰੇਕ ਥਾਂ ਧਰਨੇ ਰੱਖੀਦੇ ਆ, ਲੌਂਗੋਵਾਲ ਰੱਖਿਆ, ਬੀਬੀ ਜਗੀਰ ਕੌਰ ਦੇ ਬੇਗੋਵਾਲ ਰੱਖਿਆ ਸੀਗਾ। ਹੁਣ ਅਸੀਂ 15 ਸਤੰਬਰ ਨੂੰ ਹਰਮੰਦਰ ਸਾਹਿਬ ਤੱਕ ਉੱਥੇ ਰੱਖਿਆ ਸੀਗਾ। ਅਸੀਂ ਤਾਂ ਲਗਾਤਾਰ ਇਹ ਕਰਦੇ ਆਏ ਹਾਂ। ਹੁਣ ਇਸ ਮੋਰਚੇ 'ਚ ਅਸੀਂ ਮੰਗ ਕਰ ਰਹੇ ਹਾਂ, ਹਰੇਕ ਪੱਖੋਂ ਅਸੀਂ ਇਹਦੇ ਮਗਰ ਲੱਗੇ ਹੋਏ ਹਾਂ।